ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਲੀਨ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਦਾ ਪ੍ਰਾਈਮ ਟਾਈਮ। ਸਭ ਤੋਂ ਪਹਿਲਾਂ ਰੁਖ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪੀਐਮ ਮੋਦੀ ਤੇ ਸੀਐਮ ਮਾਨ ਵੱਲੋਂ ਲੱਖ-ਲੱਖ ਵਧਾਈਆਂ। ਓਮਿਕਰੋਨ BF7 ਨੇ ਦਿੱਤੀ ਦਸਤਕ, ਸਭ ਲਈ ਬਣਿਆ ਚਿੰਤਾ ਦਾ ਵਿਸ਼ਾ। ਪੰਜਾਬ 'ਚ ਪੁਲਿਸ ਨੇ ਸਾੜਿਆ ਨਸ਼ਾ, 37 ਕਿਲੋ ਹੈਰੋਇਨ, ਟੀਕੇ ਤੇ ਭੁੱਕੀ ਸੁਆਹ, ਵੀਡੀਓਗ੍ਰਾਫੀ ਵੀ ਕੀਤੀ ਗਈ। ਲੁਧਿਆਣਾ 'ਚ ਐਂਬੂਲੈਂਸ ਦੀ ਬੱਸ ਨਾਲ ਟੱਕਰ, ਡਰਾਈਵਰ ਜ਼ਖਮੀ, ਲੋਕਾਂ ਨੇ ਕਿਹਾ ਤੇਜ਼ ਰਫ਼ਤਾਰ 'ਚ ਸੀ। ਮੋਗਾ 'ਚ ਲਾਸ਼ ਛੱਡ ਕੇ ਚੰਡੀਗੜ੍ਹ ਜਾ ਰਿਹਾ ਸੀ। ਸ਼੍ਰੀ ਮੁਕਤਸਰ ਸਾਹਿਬ ਥਾਣੇ ਦੇ ਬਾਹਰ ਪੀੜਤ ਪਰਿਵਾਰ ਨੇ ਲਗਾਇਆ ਧਰਨਾ। ਪੀਐਮ ਮੋਦੀ ਦੀ ਮਾਤਾ ਦੀ ਸਿਹਤ ਦੇ ਅੰਮ੍ਰਿਤਸਰ 'ਚ ਕੀਤਾ ਗਿਆ ਯੱਗ। ਕੇਂਦਰ ਜੇਲ੍ਹ ਫਿਰੋਜ਼ਪੁਰ 'ਚ ਹੋਈ ਤਲਾਸ਼ੀ, 7 ਮੋਬਾਈਲ ਫੋਨ, 36 ਜਰਦੇ ਦੀਆਂ ਪੁੜੀਆਂ ਬਰਾਮਦ। ਹੁਣ ਗੱਲ ਕਰਦੇ ਹਾਂ ਇਹਨਾਂ ਖਬਰਾਂ ਦੀ ਵਿਸਤਾਰ ਦੇ ਵਿੱਚ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਮੁੱਖ ਮੰਤਰੀ ਮਾਨ ਨੇ ਟਵੀਟ ਵਿੱਚ ਲਿਖਿਆ ਹੈ, ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਸਮੁੱਚੀ ਕੌਮ ਨੂੰ ਖਾਲਸੇ ਦੀ ਸਾਜਨਾ ਕਰ ਪੂਰੀ ਦੁਨੀਆ 'ਚ ਵੱਖਰੀ ਪਹਿਚਾਣ ਦਿੱਤੀ। ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ ਵਿਦੇਸ਼ਾਂ 'ਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਸਮੁੱਚੀ ਕੌਮ ਨੂੰ ਖਾਲਸੇ ਦੀ ਸਾਜਨਾ ਕਰ ਪੂਰੀ ਦੁਨੀਆ 'ਚ ਵੱਖਰੀ ਪਹਿਚਾਣ ਦਿੱਤੀ। ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਸਮੁੱਚੀ ਕੌਮ ਨੂੰ ਖਾਲਸੇ ਦੀ ਸਾਜਨਾ ਕਰ ਪੂਰੀ ਦੁਨੀਆ 'ਚ ਵੱਖਰੀ ਪਹਿਚਾਣ ਦਿੱਤੀ। ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ ਵਿਦੇਸ਼ਾਂ 'ਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ ਅਤੇ ਮਾਨਵਤਾ ਦੀ ਸੇਵਾ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਉਹਨਾਂ ਦਾ ਬੇਮਿਸਾਲ ਸਾਹਸ ਆਉਣ ਵਾਲੇ ਵਰ੍ਹਿਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਓਮਿਕਰੋਨ BF7 ਨੇ ਦਿੱਤੀ ਦਸਤਕ, ਸਭ ਲਈ ਬਣਿਆ ਚਿੰਤਾ ਦਾ ਵਿਸ਼ੇ। ਕੋਰੋਨਾ ਮਹਾਮਾਰੀ ਤੋਂ ਸਾਰਾ ਵਿਸ਼ਵ ਬਹੁਤ ਹੀ ਚੰਗੀ ਤਰ੍ਹਾਂ ਵਾਕਿਫ ਹੈ। ਉਸ ਦੁਖਦਾਈ ਦੌਰ ਦੇ ਦੌਰਾਨ ਹਰ ਇੱਕ ਵਿਅਕਤੀ ਨੂੰ ਢੇਰਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਗੁਆਂਢੀ ਦੇਸ਼ ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ੇ ਬਣੇ ਹੋਏ ਹਨ। ਭਾਰਤ ਸਰਕਾਰ ਦੇ ਵੱਲੋਂ ਵੀ ਕੋਰੋਨਾ ਦੇ ਓਮਿਕਰੋਨ ਦੇ ਨਵੇਂ ਵੇਰੀਐਂਟ BF7 ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਮੁਕੰਮਲ ਕੀਤੀ ਜਾ ਰਹੀਆਂ ਹਨ। ਉੱਥੇ ਜਦ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਉਹ ਦੁਖਦਾਈ ਦੌਰ ਮੁੜ ਦਸਤਕ ਦੇਵੇ। ਹਾਲਾਂਕਿ ਇਸ ਨਵੇਂ ਵੇਰੀਐਂਟ ਦੇ ਭਾਰਤ ਵਿੱਚ ਘੱਟ ਹੀ ਕੇਸ ਦਰਜ ਹੋਏ ਹਨ, ਪਰ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਹ ਮਹਾਮਾਰੀ ਦੇ ਆਉਣ ਨਾਲ ਹਰ ਵਰਗ ਤੇ ਮਾੜਾ ਅਸਰ ਪੈਂਦਾ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਤੇ ਵੀ ਸਿੱਧੇ ਤੌਰ ਤੇ ਅਸਰ ਦੇਖਣ ਨੂੰ ਮਿਲਦਾ ਹੈ। ਪਿਛਲੇ ਮਹੀਨੇ ਫੜੇ ਗਏ ਨਸ਼ਿਆਂ ਦਾ ਪੰਜਾਬ ਸਰਕਾਰ ਵੱਲੋਂ ਨਿਪਟਾਰਾ ਕੀਤਾ ਜਾ ਰਿਹਾ ਹੈ। ਲੁਧਿਆਣਾ ਰੇਂਜ ਦੇ IPS ਇੰਸਪੈਕਟਰ ਜਨਰਲ ਆਫ ਪੁਲਿਸ ਕੌਸਤੁਭ ਸ਼ਰਮਾ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਡਰੱਗ ਨਿਪਟਾਰਾ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਵਿੱਚ SBS ਨਗਰ ਦੇ SSP ਭਗੀਰਥ ਮੀਨਾ, SP ਇਨਵੈਸਟੀਗੇਸ਼ਨ SBS ਮੁਕੇਸ਼ ਕੁਮਾਰ ਹਾਜ਼ਰ ਸਨ। ਅਧਿਕਾਰੀਆਂ ਅਨੁਸਾਰ ਨਵਾਂ ਸ਼ਹਿਰ ਵਿੱਚ 16 ਮਾਮਲਿਆਂ ਵਿੱਚ ਫੜੀ ਗਈ ਤਕਰੀਬਨ 37,620 ਕਿਲੋ ਹੈਰੋਇਨ ਅਤੇ ਕਈ ਨਸ਼ੇ ਨਸ਼ਟ ਕੀਤੇ ਗਏ ਹਨ। ਨਵਾਂ ਸ਼ਹਿਰ ਵਿੱਚ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਮਾਮਲੇ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ। ਬੁੱਧਵਾਰ ਨੂੰ ਸਾੜੇ ਗਏ ਨਸ਼ੀਲੇ ਪਦਾਰਥਾਂ ਵਿੱਚ ਤਕਰੀਬਨ 116 ਕਿਲੋ ਭੁੱਕੀ, 32 ਗ੍ਰਾਮ ਨਸ਼ੀਲਾ ਪਾਊਡਰ, 70 ਗ੍ਰਾਮ ਚਰਸ, 80 ਗ੍ਰਾਮ ਨਸ਼ੀਲੀਆਂ ਗੋਲੀਆਂ ਅਤੇ 306 ਨਸ਼ੀਲੇ ਟੀਕੇ ਸ਼ਾਮਲ ਹਨ। ਉਹ ਸਾਰੇ ਅੱਗ ਵਿੱਚ ਨਸ਼ਟ ਹੋ ਗਏ। ਸੀਨੀਅਰ ਅਧਿਕਾਰੀਆਂ ਨੇ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕਰਵਾਈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਐਂਬੂਲੈਂਸ ਅਤੇ ਮਜ਼ਦੂਰਾਂ ਨਾਲ ਭਰੀ ਬੱਸ ਦੀ ਟੱਕਰ ਹੋ ਗਈ। ਐਂਬੂਲੈਂਸ ਚਾਲਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਐਂਬੂਲੈਂਸ ਉਸ ਨੂੰ ਸੰਭਾਲ ਨਾ ਸਕੀ, ਜਿਸ ਕਾਰਨ ਉਹ ਬੱਸ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਐਂਬੂਲੈਂਸ ਵਿੱਚੋਂ CNG ਗੈਸ ਲੀਕ ਹੋਣ ਲੱਗੀ। ਐਂਬੂਲੈਂਸ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਲੋਕਾਂ ਨੇ ਐਂਬੂਲੈਂਸ ਚਾਲਕ ਤੇ ਦੋਸ਼ ਲਗਾਇਆ ਕਿ ਉਹ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ। ਹਾਦਸੇ ਤੋਂ ਬਾਅਦ ਐਂਬੂਲੈਂਸ ਚਾਲਕ ਫਰਾਰ ਹੋ ਗਿਆ ਸੀ, ਪਰ ਲੋਕਾਂ ਨੇ ਉਸ ਨੂੰ ਲੱਭ ਲਿਆ। ਦੱਸ ਦੇਈਏ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਕਾਫੀ ਧੁੰਦ ਸੀ। ਐਂਬੂਲੈਂਸ ਚਾਲਕ ਨੇ ਦੱਸਿਆ ਕਿ ਸੜਕ ਖਾਲੀ ਸੀ, ਜਿਸ ਕਾਰਨ ਉਸਨੇ ਤੇਜ਼ ਰਫ਼ਤਾਰ ਕਰਨੀ ਸ਼ੁਰੂ ਕਰ ਦਿੱਤੀ। ਇਹਦਾ ਡਰਾਈਵਰ ਹੈ ਕਿੱਥੇ ਹੁਣ? ਬਹੁਤ ਤੇਜ਼ ਆਈ ਹੈ। ਬੱਸ ਤੁਹਾਡੀ ਸੀਗੀ? ਤੁਸੀਂ ਬੱਸ ਦੇ ਵਿੱਚ ਕਿੱਧਰੋਂ ਆ ਰਹੇ ਸੀਗੇ? ਹੋਰ ਰੇਸਦੇ ਸੀ। ਹੁਣ ਵਿੱਚੋਂ CNG ਲੀਕ ਹੋ ਰਹੀ ਹੈ ਲੱਗਦਾ? ਹਾਂਜੀ, ਬੰਦ ਨਹੀਂ ਹੋ ਰਹੀ। ਤੁਸੀਂ ਕੋਸ਼ਿਸ਼ ਕੀਤੀ ਆ? ਇਹਦਾ ਡਰਾਈਵਰ ਹੈਗਾ ਕਿਤੇ? ਡਰਾਈਵਰ ਵੀ ਭੱਜ ਗਏ। ਡਰਾਈਵਰ ਦੋ ਬੰਦੇ ਸੀਗੇ। ਟਾਕੀ ਨਾਲੋਂ ਉਤਰ ਗਈ ਬਾਈ।
ਨਹੀਂ ਸੀ? ਹਾਂ ਜੀ ਦੇਖ ਲਓ ਆਪ ਆ ਉਹਦੇ ਤੱਕ ਪਾਲ ਸੀ ਆ ਦੇ ਮੈਂ ਤਾਂ ਪਾਏ ਨਾ ਵਿੱਚ ਕਿੰਨਾ ਲੋਕਾਂ ਨੇ ਕਿੰਨਾ ਨਾ ਦਿੱਤਾ ਆ ਵੀ ਕੋ ਇਹ ਬੰਦਾ ਖੜਾ ਹੁੰਦਾ ਮਾਰਦਾ ਇੱਕ ਦੇ ਲੱਖਾਂ ਹੁੰਦਾ ਹੈ भाई पुलिस ने फोन किया नहीं भी करे ये लगे अरे तो भी हमने होया भी ਕਾਰ 'ਚੋਂ 68 ਲੱਖ ਰੁਪਏ ਚੋਰੀ। ਲੁਧਿਆਣਾ 'ਚ ਸੜਕ ਕਿਨਾਰੇ ਖੜੀ ਕਾਰ ਦਾ ਸ਼ੀਸ਼ਾ ਇੱਟ ਮਾਰ ਕੇ ਟੁੱਟਿਆ। ਕਾਰ ਚੰਡੀਗੜ੍ਹ ਦੇ ਇੱਕ ਵਪਾਰੀ ਦੀ ਹੈ। ਪੰਜਾਬ ਦੇ ਲੁਧਿਆਣਾ ਵਿੱਚ ਬੁੱਧਵਾਰ ਦੇਰ ਸ਼ਾਮ ਇੱਕ ਵਾਹਨ ਵਿੱਚੋਂ 68 ਲੱਖ ਰੁਪਏ ਚੋਰੀ ਹੋ ਗਏ। ਇਹ ਘਟਨਾ ਲੁਧਿਆਣਾ ਦੇ ਸਮਰਾਲਾ ਚੌਕ ਦੀ ਹੈ। ਜਿਸ ਗੱਡੀ ਤੋਂ ਇਹ ਰਕਮ ਚੋਰੀ ਹੋਈ ਹੈ ਉਹ ਚੰਡੀਗੜ੍ਹ ਦੇ ਇੱਕ ਵਪਾਰੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸਮਰਾਲਾ ਚੌਕ ਨੇੜੇ ਕਾਰ ਸੜਕ ਤੇ ਖੜੀ ਕਰ ਦਿੱਤੀ ਸੀ ਅਤੇ ਕਿਸੇ ਕੰਮ ਲਈ ਗਲੀ ਦੇ ਅੰਦਰ ਚਲਾ ਗਿਆ ਸੀ। ਜਦੋਂ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਗੱਡੀ ਦੇ ਡਰਾਈਵਰ ਸਾਈਡ ਦੇ ਪਿਛਲੇ ਦਰਵਾਜ਼ੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਸੀਟ ਤੇ ਰੱਖੇ ਪੈਸਿਆਂ ਵਾਲਾ ਬੈਗ ਗਾਇਬ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਕਾਰ ਚਾਲਕ ਗੁਰਪ੍ਰੀਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਆਇਆ ਹੋਇਆ ਸੀ। ਇਸ ਦਾ ਮਾਲਕ ਚੰਡੀਗੜ੍ਹ ਰਹਿੰਦਾ ਹੈ ਅਤੇ ਇਨੀ ਦਿਨੀ ਉਸ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਲੁਧਿਆਣਾ ਆ ਕੇ ਪੇਮੈਂਟ ਵਸੂਲਦਾ ਰਿਹਾ ਹੈ। ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ। ਦੂਜੇ ਪਾਸੇ ਡਰਾਈਵਰ ਦੀ ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ। ਸ਼ੁਰੂਆਤੀ ਜਾਂਚ 'ਚ ਪੁਲਿਸ ਪੂਰੇ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਦੇ ਬਾਹਰ ਅੱਜ ਸ਼ਹਿਰ ਵਾਸੀਆਂ ਨੇ ਵਿਸ਼ਾਲ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ 'ਚ ਬੀਤੇ ਸਮੇਂ ਮਾਮਲਾ ਦਰਜ ਕੀਤਾ ਗਿਆ। ਦਰਜ ਕੀਤੇ 91 ਨੰਬਰ FIR ਜੋ ਕਿ IPC ਦੀ ਧਾਰਾ 306 ਤਹਿਤ ਦਰਜ ਹੋਈ ਸੀ। ਮਾਮਲੇ ਅਨੁਸਾਰ ਬਰੀਵਾਲਾ ਵਾਸੀ ਸੁਨੀਲ ਜਿੰਦਲ ਨਾਮ ਦੇ ਇੱਕ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਸੀ, ਜਿਸ ਸੰਬੰਧੀ ਕਥਿਤ ਦੋਸ਼ੀ ਬੀਰਬਲ ਦਾਸ, ਵਿਵੇਕਸ਼ੀਲ, ਵਿਕਾਸਦੀਪ ਤੇ ਮਾਮਲਾ ਦਰਜ ਹੋਇਆ ਸੀ। ਪ੍ਰਦਰਸ਼ਨਕਾਰੀਆਂ ਅਨੁਸਾਰ ਮਾਣਯੋਗ ਹਾਈ ਕੋਰਟ ਵੱਲੋਂ ਇਸ ਸੰਬੰਧੀ ਉਕਤ ਤਿੰਨਾਂ ਦੀਆਂ ਜ਼ਮਾਨਤ ਰੱਦ ਕਰ ਦਿੱਤੀਆਂ ਗਈਆਂ ਸਨ। ਪ੍ਰਦਰਸ਼ਨਕਾਰੀਆਂ ਅਨੁਸਾਰ ਬੀਤੇ ਕੱਲ ਸੁਨੀਲ ਜਿੰਦਲ ਦੇ ਰਿਸ਼ਤੇਦਾਰਾਂ ਨੇ ਕਥਿਤ 3 ਦੋਸ਼ੀਆਂ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਪੁਲਿਸ ਹਵਾਲੇ ਕਰਵਾਇਆ। ਪ੍ਰਦਰਸ਼ਨਕਾਰੀਆਂ ਅਨੁਸਾਰ ਇਸ ਦੇ ਬਾਵਜੂਦ ਵੀ ਪੁਲਿਸ ਉਹਨਾਂ ਦੀ ਗ੍ਰਿਫਤਾਰੀ ਨਹੀਂ ਕਰ ਪਾ ਰਹੀ, ਜਿਸ ਕਾਰਨ ਇਹ ਧਰਨਾ ਲਾਇਆ ਗਿਆ। ਅਸੀਂ ਜਿਹੜਾ ਧਰਨਾ ਥਾਣਾ ਸਿਟੀ ਦੇ ਬਾਹਰ ਲਗਾਇਆ ਜੀ, ਮੇਰਾ ਭਤੀਜਾ ਸੁਨੀਲ ਜਿੰਦਲ ਆਪਦੇ ਮਾਮੇ ਦੇ ਨਾਲ 15-20 ਸਾਲ ਤੋਂ ਸ਼ੈਲਰ ਸਟਾਰ ਰਾਈਸ ਮਿਲ 'ਚ ਹਿੱਸੇਦਾਰ ਸੀ। ਦੋਨੇ ਮਾਮਾ ਭਾਂਜਾ ਚਲਾਉਂਦੇ ਸੀਗੇ ਤੇ ਮਾਮੇ ਦੇ ਮਨ ਦੇ ਵਿੱਚ ਲਾਲਚ ਆ ਗਿਆ ਵੀ ਇਹ ਸ਼ੈਲਰ ਮੈਂ ਆਪਦੇ ਮੁੰਡਿਆਂ ਨੂੰ ਦੇਣਾ ਹੈਗਾ। ਉਹ ਮੁੰਡੇ ਤੇ ਉਹਦਾ ਮਾਮਾ ਉਹਨੂੰ ਟੌਰਚਰ ਕਰਿਆ ਕਰਨ ਰੋਜ਼। ਉਹਨੇ ਮੇਰੇ ਕੋਲੇ ਟੈਲੀਫੋਨ ਵੀ ਕੀਤਾ, ਚਾਚਾ ਮਾਮਾ ਤੰਗ ਕਰਦਾ। ਮੈਂ ਕਿਹਾ ਬੇਟਾ ਚੱਲ ਕੋਈ ਗੱਲ ਨਹੀਂ, ਤੇਰਾ ਮਾਮਾ ਹੈਗਾ, ਕੋਈ ਗੱਲ ਨਹੀਂ, ਮਾਮੇ ਭਾਂਜੇ ਦਾ ਮਾਮਲਾ ਹੈਗਾ, ਕਿਹੜਾ ਕੁਛ ਵੰਡਿਆ ਹੈਗਾ, ਕੋਈ ਗੱਲ ਨਹੀਂ। ਮੈਨੂੰ ਨਹੀਂ ਪਤਾ ਸੀਗਾ ਵੀ ਉਹ ਇੰਨਾ ਜ਼ਿਆਦਾ ਟੌਰਚਰ ਉਹਨੂੰ ਕੀਤਾ। 21/10 ਨੂੰ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਤਿੰਨੇ ਪਿਓ ਪੁੱਤਾਂ ਨੇ, ਬੀਰਬਲ ਦਾਸ ਨੇ, ਵਿੱਕੀ ਨੇ, ਦੀਪੇ ਨੇ, ਸੁਨੀਲ ਜਿੰਦਲ ਦੇ ਮੇਰੇ ਭਤੀਜੇ ਦੇ ਸਿਰ ਤੇ ਰਿਵਾਲਵਰ ਰੱਖ ਕੇ ਖਾਲੀ ਕਾਗਜ਼ਾਂ ਤੇ ਸਾਈਨ ਕਰਾਏ ਆ ਜੀ। ਉਹਨੂੰ ਟੌਰਚਰ ਕੀਤਾ, ਉਹਦੇ ਨਾਲ ਮਿਸਬਿਹੇਵ ਕੀਤਾ ਇਹਨਾਂ ਨੇ ਜੀ। ਤੇ ਉਹ ਮੁੰਡਾ ਸਾਡਾ ਪਰਮਾਤਮਾ ਜਾਣਦਾ ਵੀ ਉਹ ਸੁਸਾਈਡ ਕਰ ਗਿਆ ਕਿ ਇਹਨਾਂ ਨੇ ਮਾਰ ਕੇ ਨਹਿਰ ਸਿੱਟਤਾ। 21/10 ਦੀ 2022 ਦੀ ਘਟਨਾ ਜੀ ਇਹ। ਫਿਰ ਉੱਥੋਂ ਉਹਨਾਂ ਨੇ DVR ਚੋਰੀ ਕਰਕੇ ਸਾਰੇ ਸਬੂਤ ਮਿਟਾਤੇ ਜੀ। 24/10 ਨੂੰ ਦੀਵਾਲੀ ਵਾਲੇ ਦਿਨ ਮੁੰਡੇ ਦੀ ਲਾਸ਼ ਰਾਜਸਥਾਨ ਫੀਡਰ ਚੋਂ ਮਿਲੀ ਜੀ। ਤੇ ਫਿਰ FIR ਦਰਜ ਕਰਾਈ। 25 ਤਰੀਕ ਨੂੰ ਮੁੰਡੇ ਦਾ ਸੰਸਕਾਰ ਕਰਕੇ ਤੇ ਇਹਦੇ ਮਾਮੇ 24 ਤਰੀਕ 25 ਨੂੰ ਭੱਜ ਗਏ ਜਦੋਂ ਪਤਾ ਲੱਗ ਗਿਆ ਵੀ ਇਹ ਸਾਡੇ ਤੇ FIR ਹੋਊਗੀ। ਅੱਜ 2 ਮਹੀਨੇ ਤੇ 5-6 ਦਿਨ ਹੋ ਗਏ ਆ। ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਬਾਰ-ਬਾਰ, ਸਾਡੀ ਨੂੰਹ ਰਾਣੀ, ਬੱਚੇ, ਭਰਾ ਸਾਡੇ ਸਾਰੇ ਆ ਕੇ ਵੀ ਅਰੈਸਟ ਕਰੋ। ਪੁਲਿਸ ਕਹਿ ਦਿੰਦੀ ਹੈਗੀ ਆ, ਕਿਤੇ ਕਹਿੰਦੀ ਆ ਵੀ ਸੈਸ਼ਨ ਕੋਰਟ ਚੱਲਦਾ ਕੇਸ, ਕਿਤੇ ਕਹਿੰਦੀ ਹਾਈ ਕੋਰਟ ਚੱਲਦਾ। ਸੈਸ਼ਨ ਕੋਰਟ 'ਚੋਂ ਰਿਜੈਕਟ ਹੋ ਗਈ ਬੇਲ, ਹਾਈ ਕੋਰਟ 'ਚੋਂ ਬੇਲ ਰਿਜੈਕਟ ਹੋ ਗਈ ਹੈ। ਉਹ ਅਮੀਰ ਬੰਦੇ ਆ, ਉਹ ਸ਼ਰੇਆਮ ਘੁੰਮ ਰਹੇ ਆ। ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਉਹ ਉਸ ਥਾਂ ਤੇ ਬੈਠੇ ਆ, ਪ੍ਰਸ਼ਾਸਨ ਕੋਈ ਸੁਣਾਈ ਨਹੀਂ ਕਰ ਰਿਹਾ। ਕੱਲ ਉਹ ਬਰੂ ਵਾਲੀ ਮੰਡੀ 'ਚ ਆਏ ਜੀ,
ਜਦੋਂ ਬਰੂਵਾਲੀ ਮੰਡੀ ਚ ਆਏ ਅਸੀਂ SHO ਸਾਹਿਬ ਕੋਲੇ 8-10 ਜਣੇ ਬੰਦੇ ਸਾਰੇ ਘਰ ਦੇ ਗਏ। ਅਸੀਂ SHO ਸਾਹਿਬ ਨੂੰ ਆਖਿਆ ਵੀ ਉਹ ਕਰਿਆ, ਉਹ ਕਹਿੰਦਾ ਜਿੰਨਾ ਚਿਰ ਮੈਨੂੰ ਸੀਨੀਅਰ ਅਫਸਰ ਨਹੀਂ ਕਹਿੰਦੇ ਮੈਂ ਅਰੈਸਟ ਨਹੀਂ ਕਰਦਾ। ਅਸੀਂ 1 ਘੰਟਾ 2 ਘੰਟੇ ਉਹਨਾਂ ਨੂੰ ਕਨਵਿੰਸ ਕਰਾਇਆ ਜੀ ਫੜੋ ਤੁਸੀਂ, ਸਾਡੇ ਨਾਲ ਜਾਇਜ਼ੀ ਧੱਕਾ ਨਾ ਕਰੋ। ਉਹਨਾਂ ਨੇ ਉਹਨੂੰ ਟੈਲੀਫੋਨ ਕਰਕੇ ਭਜਾਤਾ ਵੀ ਭਾਜੋ, ਇਹ ਬੰਦੇ ਇਕੱਠੇ ਹੋਈ ਜਾਂਦੇ ਆ। ਸਾਡੀ ਉਹਨਾਂ ਦੇ ਅੱਖ ਸੀਗੀ ਸਾਡੇ ਬੰਦਿਆਂ ਦੀ। ਜਦੋਂ ਉਹ ਉੱਥੋਂ 120 ਕਿਲੋਮੀਟਰ ਦੀ ਪਰ ਸਪੀਡ ਦੇ ਨਾਲ ਆਏ ਮੁਕਤਸਰ ਨੂੰ, ਸਾਡੇ ਬੰਦਿਆਂ ਨੇ 4-5 ਕਾਰਾਂ ਮਗਰ ਲਾ ਲਈਆਂ ਤੇ ਅਸੀਂ ਮੁਕਤਸਰ ਚੁੰਗੀ ਤੇ ਆ ਕੇ ਉਹ ਘੇਰ ਲਏ ਜੀ। ਜਦੋਂ ਮੁਕਤਸਰ ਚੁੰਗੀ ਤੇ ਘੇਰ ਲਏ, ਅਸੀਂ ਪੁਲਿਸ ਪ੍ਰਸ਼ਾਸਨ ਮੁਕਤਸਰ ਨੂੰ ਇਨਫਾਰਮ ਕਰਤਾ ਵੀ ਇਹ ਬੰਦੇ ਕਾਤਲ ਆ, ਅਸੀਂ ਫੜ ਲਿਆ ਤੇ ਆ ਕੇ ਲੈ ਜਾਓ। ਪੁਲਿਸ ਪ੍ਰਸ਼ਾਸਨ ਮੌਕੇ ਤੇ ਆਇਆ, ਉਹਨਾਂ ਨੂੰ ਲੈ ਗਿਆ ਜੀ, ਤਿੰਨਾਂ ਨੂੰ ਫੜ ਕੇ ਲਿਆ ਕੇ 6:30 ਵਜੇ ਦੇ ਕੱਲ ਦੇ ਉਹ ਇੱਥੇ ਬਹਾ ਲਿਆ ਜੀ। ਸਾਨੂੰ ਕਹਿੰਦੇ ਜਾਓ ਅਸੀਂ ਕਾਰਵਾਈ ਕਰ ਲਾਂਗੇ। ਉਹਨਾਂ ਨੇ ਬੀਰਬਲ ਦਾਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਤਾ ਵੀ ਇਹਨੂੰ ਹਾਰਟ ਦੀ ਪ੍ਰੋਬਲਮ ਹੈ। ਜਦੋਂ 2.25 ਮਹੀਨੇ ਬਾਹਰ ਅੱਛਾ ਕਰਦਾ ਰਿਹਾ ਉਦੋਂ ਹਾਰਟ ਦੀ ਪ੍ਰੋਬਲਮ ਨਾ ਹੋਈ, ਹੁਣ ਇਹਦੀ 2 ਮਿੰਟਾਂ 'ਚ ਹਾਰਟ ਦੀ ਪ੍ਰੋਬਲਮ ਹੋ ਗਈ ਹੈ। ਇਹ ਤੁਸੀਂ ਵੀ ਸਮਝਦੇ ਆ ਕਿਉਂ ਇਹ ਕੀਤਾ ਗਿਆ, ਕਿਉਂਕਿ ਉਹ ਇੱਕ ਅਮੀਰ ਆਦਮੀ ਹੈ। ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਆਖਿਆ ਵੀ ਇਹਨਾਂ ਦੀ ਰੈਸਟ ਪਾਓ, ਕੋਈ ਰੈਸਟ ਪਾਉਣ ਨੂੰ ਤਿਆਰ ਨਹੀਂ ਆ। ਕੋਈ ਕਹਿੰਦਾ ਮੈਂ ਪੱਗਬੰਦ ਅਫਸਰ ਕਹਿੰਦਾ, ਕੋਈ ਕਹਿੰਦਾ ਮੈਂ ਆ ਰਿਹਾ, ਕੋਈ ਸੁਣਾਈ ਨਹੀਂ ਹੋ ਰਹੀ। ਅਸੀਂ ਅੱਕ ਕੇ ਮੁਕਤਸਰ ਸਿਟੀ ਥਾਣੇ ਦੇ ਮੂਹਰੇ ਧਰਨਾ ਲਾਇਆ ਜੀ। ਕੇਂਦਰੀ ਜੇਲ੍ਹ ਫਿਰੋਜ਼ਪੁਰ ਚ ਹੋਈ ਤਲਾਸ਼ੀ, 7 ਮੋਬਾਈਲ ਫੋਨ, 36 ਜਰਦੇ ਦੀਆਂ ਪੁੜੀਆਂ ਬਰਾਮਦ। ਹਮੇਸ਼ਾ ਦੀ ਤਰ੍ਹਾਂ ਸੁਰਖੀਆਂ 'ਚ ਰਹਿਣ ਵਾਲਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰੋਂ ਬੀਤੇ ਦਿਨ ਮੁੜ 7 ਮੋਬਾਈਲ ਫੋਨ ਬਰਾਮਦ ਹੋਏ ਹਨ। ਬੀਤੇ 2 ਦਿਨ ਪਹਿਲਾਂ ਵੀ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਨਸ਼ੀਲੀਆਂ ਵਸਤੂਆਂ ਜੇਲ੍ਹ ਅੰਦਰ ਸੁੱਟੀਆਂ ਗਈਆਂ ਸਨ। ਜੇਲ੍ਹ ਪ੍ਰਸ਼ਾਸਨ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਜੇਲ੍ਹ ਅੰਦਰੋਂ ਵੱਖ-ਵੱਖ ਜਗ੍ਹਾ ਤੇ ਤਲਾਸ਼ੀ ਲਈ ਗਈ, ਜਿਸ ਦੌਰਾਨ 2 ਟੱਚ ਸਕਰੀਨ ਅਤੇ 5 ਕੀਪੈਡ ਵਾਲੇ ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਜੇਲ੍ਹ ਅੰਦਰੋਂ 36 ਜਰਦੇ ਦੀਆਂ ਪੁੜੀਆਂ ਅਤੇ ਇੱਕ ਸਿਗਰਟ ਦੀ ਡੱਬੀ ਵੀ ਬਰਾਮਦ ਹੋਈ ਹੈ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵੱਲੋਂ ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਭੈਣ ਜੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਯੱਗ ਭਾਜਪਾ ਕਾਰਕਰਤਾਵਾਂ ਵੱਲੋਂ ਨਰਿੰਦਰ ਮੋਦੀ ਦੀ ਮਾਤਾ ਦੀ ਲੰਬੀ ਉਮਰ ਵਾਸਤੇ ਕੀਤੀ ਗਈ ਅਰਦਾਸ। ਕਿਹਾ ਜਾਂਦਾ ਹੈ ਕਿ ਪਤਾ ਲੱਗਿਆ ਹੈ ਕਿ ਨਰਿੰਦਰ ਮੋਦੀ ਦੀ ਮਾਤਾ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ। ਪੂਰੇ ਦੇਸ਼ ਵਿੱਚ ਚਿੰਤਾ ਦੀ ਲਹਿਰ ਛਾਈ ਹੋਈ ਹੈ। ਗੁਰੂ ਨਾਨਕ ਮਾਰਕੀਟ ਲੰਡਾ ਬਾਜ਼ਾਰ ਦੇ ਅੰਦਰ ਇੱਕ ਪ੍ਰਾਚੀਨ ਸ਼ਿਵ ਮੰਦਿਰ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਹਵਨ ਕਰਾ ਰਹੇ ਹਾਂ ਅਸੀਂ। ਨਰਿੰਦਰ ਮੋਦੀ ਜੀ ਮਾਤਾ ਜੀ ਦੇ ਬਿਮਾਰ ਦੇ ਪਤਾ ਚੱਲਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅੱਜ ਚਾਹੇ ਰਾਜਨੀਤਿਕ ਪਾਰਟੀਆਂ ਨੇ, ਪਕਸ਼ ਵਿਪਕਸ਼ ਦਾ ਕੋਈ ਮਸਲਾ ਨਹੀਂ ਰਹਿ ਗਿਆ। ਹਰ ਕੋਈ ਇਨਸਾਨ ਚਾਹੁੰਦਾ ਵੈ ਕਿ ਐਡੀ ਵੱਡੀ ਸ਼ਖਸੀਅਤ ਦੇ ਮਾਤਾ ਜੀ ਦੇ ਬਿਮਾਰ ਹੋਣ ਦੇ ਨਾਲ ਹਰ ਕਿਸੇ ਨੂੰ ਇਹ ਟੈਨਸ਼ਨ ਹੋ ਰਹੀ ਹੈ ਕਿ ਇਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਜਾਣ। ਤਾਂ ਬਿਲਕੁਲ ਲੱਗਦਾ ਕਿ ਪਤਾ ਲੱਗਾ ਕੁਝ ਵੀ ਸਿਹਤ ਇਸ ਵੇਲੇ ਕਿਸ ਤਰੀਕੇ ਦਾ? ਦੇਖੋ ਜੀ, ਡਾਕਟਰਾਂ ਦੁਆਰਾ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਵਾ, ਉਹਨਾਂ ਦੇ ਮੁਤਾਬਿਕ ਜਿਸ ਤਰ੍ਹਾਂ ਹਸਪੀਟਲ ਗਏ ਸੀ ਉਸ ਤੋਂ ਇਸ ਵਕਤ ਕੰਡੀਸ਼ਨ ਕੁਝ ਬੈਟਰ ਨਜ਼ਰ ਆ ਰਹੀ ਹੈ ਔਰ ਉਮੀਦ ਹੈ ਕਿ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਜਾਣਗੇ। ਕਾਂਗਰਸ ਨੇ ਬੀਤੇ ਕੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਕਮੀ ਦੀ ਸ਼ਿਕਾਇਤ ਕੀਤੀ ਸੀ। ਇਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਗ੍ਰਹਿ ਮੰਤਰਾਲੇ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ। ਸੀਆਰਪੀਐਫ ਨੇ ਕਿਹਾ ਕਿ ਰਾਹੁਲ ਨੇ 2020 ਤੋਂ ਹੁਣ ਤੱਕ 113 ਵਾਰ ਸੁਰੱਖਿਆ ਨਿਯਮਾਂ ਨੂੰ ਤੋੜਿਆ ਹੈ। ਕਈ ਵਾਰ ਉਹਨਾਂ ਨੇ ਭਾਰਤ ਜੋੜੋ ਯਾਤਰਾ ਦੌਰਾਨ ਹੀ ਨਿਰਧਾਰਿਤ ਸੁਰੱਖਿਆ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਉਹਨਾਂ ਨੂੰ ਸਮੇਂ-ਸਮੇਂ ਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਦੱਸਦੀ ਹੈ ਕਿ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਰਾਹੁਲ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਪਾਰਟੀ ਦੇ ਜਨਰਲ ਸਕੱਤਰ ਸੰਗਠਨ ਕੇਸੀ ਵੇਨੂਗੋਪਾਲ ਨੇ ਇਸ ਸੰਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਸੀ। ਉਹਨਾਂ ਨੇ ਕਿਹਾ ਕਿ ਦਿੱਲੀ 'ਚ ਰਾਹੁਲ ਦੀ ਸੁਰੱਖਿਆ 'ਚ ਕਈ ਖਾਮੀਆਂ ਹੋਈਆਂ ਹਨ। ਦਿੱਲੀ ਪੁਲਿਸ ਭੀੜ ਨੂੰ ਕਾਬੂ ਕਰਨ ਅਤੇ ਉਹਨਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਈ ਰੱਖਣ ਵਿੱਚ ਅਸਫਲ ਰਹੀ। ਇਸ ਮਾਮਲੇ 'ਚ ਇੰਟੈਲੀਜੈਂਸ ਬਿਊਰੋ ਨੇ ਯਾਤਰਾ 'ਚ ਸ਼ਾਮਿਲ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਵੇਨੂਗੋਪਾਲ ਨੇ ਕਿਹਾ ਕਿ ਰਾਹੁਲ ਨੂੰ Z+ ਸੁਰੱਖਿਆ ਮਿਲੀ ਹੈ। ਉਹਨਾਂ ਦੀ ਸੁਰੱਖਿਆ ਦੀ ਉਲੰਘਣਾ ਹੋਣ ਤੇ ਸਥਿਤੀ ਹੋਰ ਵਿਗੜ ਗਈ। ਭਾਰਤ ਯਾਤਰਾ ਵਿੱਚ ਸ਼ਾਮਿਲ ਕਾਂਗਰਸੀ ਵਰਕਰਾਂ ਅਤੇ ਯਾਤਰੀਆਂ ਨੂੰ ਸੁਰੱਖਿਆ ਦਾ ਘੇਰਾ ਬਣਾਉਣਾ ਪਿਆ। ਤਰਨਤਾਰਨ ਦੇ ਪੱਟੀ ਦੇ ਨਜ਼ਦੀਕੀ ਪਿੰਡ ਬੈਠੋ ਭੈਣੀ ਵਿੱਚ ਘਰੇਲੂ ਜ਼ਮੀਨੀ ਵਿਵਾਦ ਦੇ ਚਲਦੇ 75 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕੀਤੀ ਗਈ ਹੈ। ਇਸ ਬਾਰੇ ਪੀੜਿਤ ਬਜ਼ੁਰਗ ਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ 15 ਮਰਲੇ ਦੀ ਜ਼ਮੀਨ ਹਵੇਲੀ ਦੀ ਜ਼ਮੀਨ ਹੈ, ਜਿਸ ਵਿੱਚ ਕਮਰੇ ਵੀ ਬਣੇ ਹੋਏ ਹਨ ਅਤੇ ਇਸ ਜ਼ਮੀਨ ਨੂੰ ਵੇਚਣ ਦੀ ਲਿਖਿਤ 7-8 ਮਹੀਨੇ ਪਹਿਲਾਂ ਉਸਨੇ ਆਪਣੇ
ਦਿਓਰ ਦੇ ਲੜਕੇ ਨਿਸ਼ਾਨ ਸਿੰਘ ਨਾਲ 7.5 ਲੱਖ ਵਿੱਚ ਕੀਤੀ ਸੀ ਅਤੇ ਬਕਾਇਦਾ ਇਸ ਦੀ ਤਹਿਸੀਲਦਾਰ ਦੇ ਦਫ਼ਤਰ ਫੋਟੋ ਕਰਵਾਈ ਗਈ ਸੀ। ਪਰ ਕੁਝ ਦਿਨਾਂ ਬਾਅਦ ਇਹ ਸੌਦਾ ਰੱਦ ਹੋਣ ਤੇ ਉਸਨੇ ਨਿਸ਼ਾਨ ਸਿੰਘ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਅਤੇ ਤਹਿਸੀਲਦਾਰ ਦਫ਼ਤਰ ਵਾਲਾ ਲਿਖਿਤ ਪੇਪਰ ਵਾਪਸ ਮੰਗਣ ਤੇ ਨਿਸ਼ਾਨ ਸਿੰਘ ਪੇਪਰ ਦੇਣ ਤੋਂ ਟਾਲ-ਮਟੋਲ ਕਰਦਾ ਰਿਹਾ ਅਤੇ ਹੁਣ ਉਹ ਇਸੇ ਕਾਗਜ਼ ਨੂੰ ਆਧਾਰ ਬਣਾ ਕੇ ਮੇਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਬਜ਼ੁਰਗ ਨੇ ਕਿਹਾ ਕਿ ਉਸ ਵੱਲੋਂ ਪੁਲਿਸ ਥਾਣਾ ਸਦਰ ਪੱਟੀ ਵਿਖੇ ਇਸ ਦੀ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਸ ਵਿੱਚ ਪੁਲਿਸ 7 ਜਨਵਰੀ ਤੱਕ ਦਾ ਜਾਂਚ ਕਰਨ ਲਈ ਟਾਈਮ ਦਿੱਤਾ ਸੀ, ਪਰ ਉਕਤ ਨਿਸ਼ਾਨ ਸਿੰਘ ਵੱਲੋਂ ਉਸ ਦੀ ਜ਼ਮੀਨ ਤੇ ਧੱਕੇਸ਼ਾਹੀ ਕਰਦੇ ਹੋਏ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਸਾਮਾਨ ਵੀ ਬਾਹਰ ਸੁੱਟ ਦਿੱਤਾ ਗਿਆ। ਜਦ ਬਜ਼ੁਰਗ ਮਾਤਾ ਨੇ ਇਹ ਪਹਿਲਾਂ ਜੀ ਅਸੀਂ ਇੱਥੇ ਸਾਡੇ ਸਹੁਰੇ ਨੇ ਦਿੱਤੀ ਸੀ ਵੰਡ, ਅਸੀਂ ਇੱਥੇ ਆਏ ਆ ਤੇ ਇੱਥੇ ਮੁੜ ਕੇ 10 ਸਾਲ ਹੋ ਗਏ ਉਧਰ ਗਿਆ ਨੂੰ, ਅਜੇ ਇੱਕ ਕੋਠਾ ਆ ਇੱਕ ਗਾੜੀ ਆ। ਪਹਿਲਾਂ ਮੇਰੇ ਗਾਡਰ 3 ਚੁੱਕੇ ਗਏ ਆ, ਉਹਨਾਂ ਦਾ ਜੇ ਕੋਈ ਨਿਆਂ ਨਹੀਂ ਹੋਇਆ ਤੇ ਮੁੜ ਕੇ ਗਾਂ ਤੁਰ ਪਿਆ। ਇਹਨੇ ਨਿਸ਼ਾਨ ਸਿੰਘ ਨੇ ਥਾਂ ਲਿਆ ਵਾ ਤੇ ਪਰਮਜੀਤ ਨੇ ਆਖਿਆ ਇਹਨੂੰ ਆਪਾਂ ਲੈਣ ਨਹੀਂ ਦੇਣਾ। ਪਰਮਜੀਤ ਨੇ ਪੈਸੇ ਮੜਵਾਏ ਮੇਰੇ ਕੋਲ 7.5 ਲੱਖ ਮੈਂ ਜ਼ਮੀਨ ਗਹਿਣੇ ਪਾ ਕੇ ਦਿੱਤੀ ਆ। ਇਹਨੇ ਆਖਿਆ ਵੀ ਆਪਾਂ ਨਿਸ਼ਾਨ ਨੂੰ ਥਾਂ ਨਹੀਂ ਲੈਣ ਦੇਣਾ। ਫਿਰ ਮੇਰੇ ਨਾਲ ਸੌਦਾ ਇਹਨੇ ਕਰ ਲਿਆ, 10,000 ਰੁਪਈਆ ਇਹਨੇ ਮੈਨੂੰ ਦਿੱਤਾ। ਕਾਗਜ਼ ਨਹੀਂ ਇਹਨੇ ਮੈਨੂੰ ਪੁਰਾਣੇ ਦਿੱਤੇ। ਅੱਜ ਮਾਤਾ ਦਿਨਾ ਪਾ ਕੇ ਦਿਨਾ ਉਹ ਪੁਰਾਣੇ ਕਾਗਜ਼ ਮੈਂ ਘਰ ਵੀ ਲੈਣ ਜਾਂਦੀ ਰਹੀ ਆ, ਇਹਨੇ ਕਾਗਜ਼ ਨਹੀਂ ਮੈਨੂੰ ਦਿੱਤੇ। ਰੁਪਈਆ 7,500 7 ਲੱਖ ਇਹਦੇ ਹੱਥ ਤੇ ਧਰਿਆ ਤੇ ਇਹਨੇ ਗਾ ਨਿਸ਼ਾਨ ਦੇ ਹੱਥ ਤੇ ਧਰਿਆ ਤੇ ਬਾਅਦਾਂ ਇਹਨੇ ਮੇਰੇ ਨਾਲ ਕੇ ਸੌਦਾ ਕੀਤਾ, 10,000 ਰੁਪਈਆ ਮੈਨੂੰ ਦਿੱਤਾ ਵਾ ਦੁਬਾਰਾ। ਤੇ ਇਹ ਸੌਦਾ ਕਿੰਨੇ ਚਿਰ ਪਹਿਲਾਂ ਹੋਇਆ ਕਿ ਤੇ ਨਵਾਂ ਕਿੰਨੇ ਚਿਰ ਬਾਅਦ? ਪਹਿਲਾਂ ਆਇਆ ਵਾ ਆਪਣਾ ਚੇਤ ਵਿਸਾਖ ਚ ਤੇ ਜੇਠ ਚ ਪੈਸੇ ਇਹਨੂੰ ਮੈਂ ਮੋੜ ਦਿੱਤੇ ਆ ਤੇ ਉਦੋਂ ਇਹਨੂੰ ਮੈਂ ਪੈਲੀ ਗਹਿਣੇ ਕਰਕੇ ਮੋੜਿਆ। ਹੁਣ ਮੇਰੇ ਨਾਲ ਹੋਣ ਡਿਆ ਜੋ ਧੱਕਾ, ਮੈਂ ਇੱਥੇ ਮਰ ਜੂ, ਮੈਂ ਜਾਣਾ ਨਹੀਂ ਅੱਦੋਂ। ਇਹ ਮੇਰੇ ਨਾਲ ਕਰਾਉਣ ਡਿਆ ਨਿਸ਼ਾਨ, ਆਪਣਾ ਪਰਮਜੀਤ ਕਰਾਉਣ ਡਿਆ। ਨਿਸ਼ਾਨ ਨੇ ਫਿਰ ਬਾਅਦ ਗਾੜੀ ਇਹ ਨਿਸ਼ਾਨ ਲਾ ਲਿਆ। ਇਹਨਾਂ ਕਾਗਜ਼ ਮੈਨੂੰ ਮੇਰੇ ਪੁਰਾਣੇ ਨਹੀਂ ਦਿੱਤੇ, ਪੈਸੇ ਲੈ ਲਏ ਤੇ ਕਾਗਜ਼ ਮੇਰੇ ਨਹੀਂ ਮੋੜੇ ਤੇ ਮੈਂ ਇੱਥੇ ਮਰ ਜੂ। ਥਾਂ ਮੈਂ ਨਹੀਂ ਜੋ ਵੜਨ ਦੇਣਾ। ਮੈਂ ਸਵੇਰ ਦੀ ਤਾਈਓ ਚੁੱਪ ਕਰਕੇ ਬੈਠੀ ਅੰਦਰ। ਥਾਣੇ ਗਏ ਆ, ਪੱਟੀ ਗਏ, ਉਹਨਾਂ ਵੀ ਸੁਣਾਈ ਕੋਈ ਨਹੀਂ ਕੀਤੀ। ਮੋੜ ਤੇ ਗਏ, ਉਹਨਾਂ ਵੀ 7 ਤਰੀਕ ਦਾ ਕਰਾਰ ਕੀਤਾ। ਇਹ ਤੜਕੇ ਦੇ ਉੱਠ ਕੇ ਕੰਧਾ ਕਰਨ ਲੱਗ ਪਏ। ਹੋਰ ਵੇਖ ਲਓ, ਮੇਰਾ ਨਾ ਕੋਈ, ਮੇਰੀਆਂ ਕੁੜੀਆਂ ਹੀ ਆਉਣਾ, ਮੁੰਡੇ ਤੇ ਮੇਰੇ ਬਾਹਰ ਬੈਠੇ ਆ, ਉਹ ਵੀ ਨਾ ਵੇ। ਜਦੋਂ ਸੱਦੂ ਸਹੁਰਿਆਂ ਤੋਂ ਉਦੋਂ ਆਉਣਾ, ਮੈਂ ਕੱਲੀ ਘਰ ਹੈਗੀ ਆ। ਜਦੋਂ ਮੈਨੂੰ ਧਮਕੀਆਂ ਦਿੰਦੇ ਫਿਰ ਮੈਂ ਕੀ ਕਰਾਂ? ਮੇਰਾ ਫਿਰ ਹੁਣ ਕੋਈ ਗੁਜ਼ਾਰਾ ਨਹੀਂ। ਜੋ ਮੈਂ ਮਰ ਜਾਣਾ ਇਹਨਾਂ ਸਿਰ ਚੜ ਕੇ ਤਾਂ ਮੈਂ ਨਹੀਂ ਜੋ ਥਾਂ ਬਣਨ ਦੇਣਾ ਜਿੰਨਾ ਚਿਰ ਕੋਈ ਗੱਲ ਨਹੀਂ ਨਿਬੜਦੀ। ਉੱਚ ਅਧਿਕਾਰੀਆਂ ਨੂੰ ਮਿਲਿਓ ਤੁਸੀਂ, ਕੋਈ ਡੀਐਸਪੀ ਐਸਐਸਪੀ? ਅਸੀਂ ਕਿਸੇ ਤੇ ਨਹੀਂ ਅਜੇ ਗਏ, ਹੁਣ ਜਾਊਂਗੀ। ਅਜੇ ਕਿਸੇ ਤੇ ਨਹੀਂ ਮੈਂ ਗਈ। ਥਾਣੇ ਦਰਖਾਸਤ ਦਿੱਤੀ, ਉਹਨਾਂ ਨੇ ਨਹੀਂ ਸੁਣੀ। ਪੱਟੀ ਵਾਲੇ ਪੈਸੇ ਲੈ ਕੇ ਬਹਿ ਗਏ ਆ, ਇਹ ਵੀ ਪੱਟੀ ਇਹ ਵੀ ਪੈਸੇ ਲੈ ਕੇ ਬਹਿ ਗਏ ਆ, ਮੋੜ ਵਾਲੇ ਵੀ ਪੈਸੇ ਲੈ ਕੇ ਬਹਿ ਗਏ। ਸਵੇਰੇ ਉਹਨੂੰ ਫੋਨ ਕੀਤਾ, ਉਹਨੇ ਆਖਿਆ ਮਾਤਾ ਤੁਸੀਂ ਬੁਰਜੀਆਂ ਢਾਹ ਦਿਓ। ਹੁਣ ਕਬਜ਼ਾ ਤੁਹਾਡਾ ਇਸ ਜਗ੍ਹਾ ਤੇ? ਹਾਂ, ਕਬਜ਼ਾ ਮੇਰਾ। ਕਬਜ਼ਾ ਤੁਹਾਡਾ। ਆਹ ਵੇਖੋ ਮੇਰਾ ਮੰਜਾ ਦਿੱਤਾ, ਆਹ ਵੇਖੋ ਮੇਰਾ ਜੇ ਮਕਾਨ ਪਿਆ ਤੇ ਆਹ ਵੇਖੋ ਇਹਨਾਂ ਸਾਰਾ ਸਮਾਨ ਇਹਨਾਂ ਡੱਕਿਆ ਵੇਰ। ਮੈਂ ਤਾਂ ਜੋ ਬਾਪੂ ਵੀ ਮਰ ਗਿਆ ਸੀ ਤਾਂ ਮੈਂ ਆਖਿਆ ਚੱਲ ਮੇਰੇ ਕੋਈ ਨਹੀਂਗਾ, ਤੇ ਮੈਨੂੰ ਨਹੀਂ ਕੀ ਪਤਾ ਵਿੱਚ ਵਿੱਚ ਮੇਰੀਆਂ ਪਿੜੀਆਂ ਵੱਢੀ ਜਾਂਦਾ ਵਾ ਪਰਮਜੀਤ। ਹੁਣ ਤੁਸੀਂ ਮੈਨੂੰ ਦੱਸੋ ਵੀ ਮੈਂ ਮਰ ਜਾਣਾ ਇੱਥੇ, ਭਾਵੇਂ ਕੁਝ ਵੀ ਹੋ ਜਾਵੇ, ਮੈਂ ਵਲਣ ਨਹੀਂ ਜੋ ਦੇਣਾ। ਹੱਥ 'ਚ ਕੀ ਹੈ ਤੁਹਾਡੇ? ਇਹ ਮੈਂ ਦਵਾ ਪੀ ਕੇ ਮਰਨੀ ਇੱਥੇ, ਇਹਨਾਂ ਦੇ ਸਾਹਮਣੇ ਪਈ ਕੇ ਮਰਨਾ ਵਾ ਆਪੇ। ਚਾਹੇ ਤੁਸੀਂ ਮੇਰੇ ਜ਼ਿੰਮੇਵਾਰ ਹੋਗੇ, ਫਿਰ ਬਾਅਦ ਰੋਗ ਚਾਹੇ ਇਹ ਹੋਣਗੇ, ਤੇ ਚਾਹੇ ਥਾਣੇਦਾਰ ਹੋ ਜੀ ਤੇ ਦਰਖਾਸਤਾਂ ਗਈਆਂ ਵਾ। ਹੋਰ ਮੈਂ ਕੋਈ ਨਹੀਂ ਕਰ ਸਕਦੀ, ਚਾਹੇ ਮਰਨਾ ਇੱਥੇ ਹੀ ਆ ਮੈਂ। ਫਿਰ ਇਹ ਆਪੇ ਮੈਨੂੰ ਜਿਹੜੇ ਚੁੱਕਣਗੇ ਫਿਰ ਮੈਨੂੰ ਆਪੇ ਦੱਸ ਦੇਣਗੇ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਇੱਕ ਮਹਿਲਾ ਖਿਡਾਰੀ ਨੇ ਆਰੋਪ ਲਗਾਏ ਨੇ ਕਿ ਸੰਦੀਪ ਸਿੰਘ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਹੈ। ਚੰਡੀਗੜ੍ਹ ਦੇ ਵਿੱਚ ਹਾਲਾਂਕਿ ਮਹਿਲਾ ਖਿਡਾਰੀ ਵੱਲੋਂ ਆਰੋਪ ਲਗਾਏ ਜਾਣ ਤੋਂ ਬਾਅਦ ਖੇਡ ਮੰਤਰੀ ਸੰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਉਸ ਮਹਿਲਾ ਖਿਡਾਰੀ ਨੇ ਉਹਨਾਂ ਉੱਤੇ ਆਰੋਪ ਕਿਉਂ ਲਗਾਏ। ਉਹਨਾਂ ਨੇ ਕਿਹਾ ਕਿ ਮੈਂ ਸਾਰੇ ਖਿਡਾਰੀਆਂ ਦੀ ਮਦਦ ਕਰਦਾ ਹਾਂ, ਕੀ ਮਦਦ ਕਰਨਾ ਗਲਤ ਹੈ। ਉਹਨਾਂ ਨੇ ਕਿਹਾ ਕਿ ਖਿਡਾਰੀ ਕੁਝ ਸਮੇਂ ਪਹਿਲਾਂ ਹੀ ਉਹਨਾਂ ਦੀ ਜੂਨੀਅਰ ਕੋਚ ਦੇ ਤੌਰ ਤੇ ਨਿਯੁਕਤੀ ਹੋਈ ਸੀ, ਜਿਸ ਤੋਂ ਬਾਅਦ ਇਸ ਖਿਡਾਰੀ ਦਾ ਟ੍ਰਾਂਸਫਰ ਉਹਨਾਂ ਦੇ ਘਰ ਜ਼ਿਲ੍ਹੇ ਝੱਜਰ ਵਿੱਚ ਕਰ ਦਿੱਤਾ ਗਿਆ। ਬਾਕੀ ਜੂਨੀਅਰ ਕੋਚਾਂ ਦੀ ਟ੍ਰਾਂਸਫਰ ਵੀ ਉਹਨਾਂ ਦੇ ਗ੍ਰਹਿ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਹੈ। ਇਹ ਖਿਡਾਰੀ ਝੱਜਰ ਵਿੱਚ ਨਾ ਜਾ ਕੇ ਪੰਚਕੂਲਾ ਦੇ ਵਿੱਚ ਰਹਿਣਾ ਚਾਹੁੰਦੀ ਹੈ, ਜਿਸ ਦੇ ਲਈ ਮੈਨੂੰ ਮਿਲਣਾ ਚਾਹੁੰਦੀ ਸੀ ਅਤੇ ਮੈਂ ਕਿਹਾ ਕਿ ਤੁਸੀਂ ਇੱਕ ਐਪਲੀਕੇਸ਼ਨ ਲਿਖ ਕੇ ਡਿਪਾਰਟਮੈਂਟ ਨੂੰ ਦੇ ਦਿਓ। ਕਈ ਵਾਰ ਇਸ ਮਹਿਲਾ ਖਿਡਾਰੀ ਦੇ ਸੋਸ਼ਲ ਮੀਡੀਆ ਤੇ ਵੀ ਮੈਨੂੰ ਮੈਸੇਜ ਆਏ ਜਿਹੜੇ ਸਿਰਫ ਕੰਮ ਦੇ ਬਾਰੇ ਸੀਗੇ। ਇਹਨੇ ਮੇਰੇ ਉੱਤੇ ਅਜਿਹੇ ਆਰੋਪ ਕਿਉਂ ਲਗਾਏ ਮੈਂ ਨਹੀਂ ਜਾਣਦਾ। ਮੈਂ ਚਾਹੁੰਦਾ ਹਾਂ ਕਿ ਇਹਨਾਂ ਆਰੋਪਾਂ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਮੈਂ ਖੁਦ ਮੁੱਖ ਮੰਤਰੀ ਨੂੰ ਇਸ ਦੀ ਜਾਂਚ ਕਰਵਾਉਣ ਦੇ ਲਈ ਕਹਿੰਦਾ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਇਹਨਾਂ ਆਰੋਪਾਂ ਦੇ ਪਿੱਛੇ ਖਿਡਾਰੀ ਦੀ ਕੀ ਮਨਸ਼ਾ ਹੈ, ਜਾਂ ਤਾਂ ਇਹ ਆਪਣੇ ਟ੍ਰਾਂਸਫਰ ਤੋਂ ਪਰੇਸ਼ਾਨ ਹੈ ਜਾਂ ਫਿਰ ਇਸ ਦੇ ਪਿੱਛੇ ਵਿਰੋਧੀ ਧਿਰਾਂ ਦਾ ਹੱਥ ਹੈ,
क्योंकि जिस नेता ने अपने पार्टी ऑफिस ਦੇ ਵਿੱਚ ਇਸ ਮਹਿਲਾ ਦੀ ਪ੍ਰੈਸ ਕਾਨਫਰੰਸ ਕਰਵਾਈ ਹੈ, ਇੱਕ ਵੱਡਾ ਸਵਾਲ ਹੈ। ਹਾਲਾਂਕਿ ਦੱਸ ਦਿੰਦੇ हैं कि इस पूरे मामले ਨੂੰ ਲੈ ਕੇ ਜਿੱਥੇ ਸਿਆਸਤ ਹਰਿਆਣਾ ਦੀ ਗਰਮਾ ਗਈ ਹੈ, ਕਿਉਂਕਿ ਮਹਿਲਾ ਕੋਚ ਵੱਲੋਂ ਆਰੋਪ ਲਗਾਏ ਗਏ ਨੇ ਕਿ ਸੰਦੀਪ ਸਿੰਘ ਨੇ ਆਪਣੇ ਸਰਕਾਰੀ ਦਫ਼ਤਰ ਦੇ ਵਿੱਚ ਬੁਲਾ ਕੇ ਛੇੜਛਾੜ ਕੀਤੀ ਹੈ ਮਹਿਲਾ ਕੋਚ ਦੇ ਨਾਲ ਤੇ ਕਿਹਾ ਕਿ ਬਾਰ-ਬਾਰ ਇੰਸਟਾਗ੍ਰਾਮ ਦੇ ਰਾਹੀਂ ਮੈਸੇਜ ਕੀਤੇ ਜਾ ਰਹੇ ਸੀ ਤੇ ਸੰਦੀਪ ਸਿੰਘ ਮਹਿਲਾ ਕੋਚ ਨੂੰ ਮਿਲਣ ਦੇ ਲਈ ਬੁਲਾ ਰਿਹਾ ਸੀ। ਹਾਲਾਂਕਿ ਦੇਖਣਾ ਹੋਏਗਾ ਕਿ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ। ਫਿਲਹਾਲ ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਦਾ ਇਸ ਪੂਰੇ ਵਿਸ਼ੇ ਦੇ ਵਿੱਚ ਕੋਈ भी बयान सामने नहीं आया है। अभी जो आपके सामने शिक्षा जो एक अच्छी स्पोर्ट्स पर्सन है, हमारे हरियाणा के अंदर प्रदेश की सरकार में बैठे लोग बारी बारी ये कहते हैं कि हरियाणा स्पोर्ट्स में देश में नंबर 1 पे है। हम स्पोर्ट्स की प्रमोशन के लिए स्पोर्ट्समैन को बहुत सम्मान देते हैं। आपके सामने किस तरह से एक नेशनल लेवल के एथलीट ने अपनी सारी बातें रखी कि कैसे स्पोर्ट्स मिनिस्टर जो है एक एथलीट को टॉर्चर करता है, कैसे अपने घर पे बुला करके उससे जोर जबरदस्ती करने की कोशिश करता है। जो बात इसने आपके सामने रखी है, मुख्यमंत्री को तुरंत जो है इसके ऊपर एक्शन लेना चाहिए, मंत्री को बर्खास्त करना चाहिए और बर्खास्त के साथ साथ इस सारे मामले पे SIT बैठा करके इसकी जांच करनी चाहिए। और मैं तो यहाँ जो कोई पुलिस का जो चंडीगढ़ का जो कोई SSP है या कोई IG है उससे बात भी करूँगा कि इसकी कंप्लेंट लेकर के आप भी उसके ऊपर तुरंत एक्शन लो। कितना बड़ा दुर्भाग्य है कि मिनिस्टर जैसा जिम्मेवार व्यक्ति पद पे बैठा हुआ अगर खिलाड़ियों के साथ इस तरह का व्यवहार करेगा तो फिर आने वाले समय में कहाँ से मेडल आएंगे? कौन हरियाणा का एथलीट जो है इस सरकार पे भरोसा करेगा? मतलब कितनी बड़ी शर्मिंदगी है इस बात को लेकर के। तुरंत इस पे कार्रवाई होनी चाहिए। नई कार्रवाई अगर करेंगे तो मैं फिर पूरे हरियाणा प्रदेश के स्पोर्ट्स के लोगों से बात करूंगा इस मामले में। और जो नाम इन्होंने बताए हैं कि और भी लड़कियों के साथ ऐसा व्यवहार हुआ है, मुझे लगता है कि आज जब ये सारी चीज़ आपके माध्यम से उन तक जाएगी, कल वो लड़कियां भी 100% आपके सामने आकर के कहेगी कि इसको सजा मिलनी चाहिए और हमारे साथ न्याय होना चाहिए। सर, मैं 400 मीटर नेशनल एथलीट हूँ, 400 मीटर रिले और इंडिविजुअल, और मैं रियो ओलंपिक स्क्वाड में थी। और अभी रिसेंटली 3 मंथ्स पहले मैंने यहाँ पे आउटस्टैंडिंग स्पोर्ट्स पर्सन हरियाणा एज ए एथलेटिक्स जूनियर एथलेटिक्स कोच ज्वाइन किया है पंचकुला। और अभी रिसेंटली मेरे एक कॉम्पिटिशन है जिसके लिए मैं यहाँ पे तैयारी कर रही हूँ। और मेरे अनफॉर्चुनेटली मेरी नेशनल टीम के कोच हैं यूरी ओगोर्डोनिक, वो कोविड से एक्सपायर हो गए लास्ट ईयर। तो मैं अपने जो मेरा होम सेंटर है ताऊ देवीलाल स्टेडियम, मैं इसमें अभी उनके ट्रेनिंग प्लान पे वर्क कर रही हूँ। बट अभी 3-4 महीने से मैं काफ़ी ज़्यादा डिस्टर्ब चल रही हूँ, बिकॉज़ यहाँ पे अभी गवर्नमेंट ने काफ़ी नई फैसिलिटीज़ स्टार्ट किए हैं, जिसमें टेक्नो जिम है, नया सिंथेटिक है। तो यहाँ पे स्पोर्ट्स मिनिस्टर सर विजिट करते हैं जो टेक्निकल जिम है उसमें, और उसमें काफ़ी लिमिटेड प्लेयर्स हैं जो नेशनल और इंटरनेशनल लेवल पे हैं, सिर्फ वही उस जिम में ट्रेनिंग कर सकते हैं। तो उसके बाद संदीप सर ने मेरे को जिम में देखा, देन उन्होंने मेरे को इंस्टाग्राम पे कांटेक्ट किया, जो कि एक वैनिश मोड है जिसमें आप कोई भी कॉन्वर्सेशन करते हैं तो वो कॉन्वर्सेशन साथ साथ गायब हो जाता है, उसका कोई रिकॉर्ड नहीं रहता।
तो इन्होंने मुझे बुलाया कि तुम आओ, वरना तुमने जो ये OSP से एज ए कोच के लिए तुमने जो अप्लाई किया है, ये तुम्हारी जॉब नहीं लगेगी। तो सर मैं नेक्स्ट डे सारे डॉक्यूमेंट्स लेके मैं इनके घर पे गई, तकरीबन 1:30 बजे के आसपास। और इनका जो सपोर्टिंग स्टाफ है, कुछ गनमैन थे और कुछ इनका जो पर्सनल स्टाफ, स्पोर्ट्स पर्सन को जो ट्रीट करते हैं, वो लोग वहाँ पे अवेलेबल थे। देन मैं इनके पास गई, मैंने डॉक्यूमेंट्स दिखाए और वो मेरा फर्स्ट टाइम मैं इनके घर पे मैंने सेक्टर 7 में 72 हाउस नंबर में मैंने मेरा पहला विजिट था। तो इन्होंने बोला है कि मैडम मैं यहाँ पे अनकंफर्टेबल हूँ और ऑफिस में बात नहीं करते हैं, कैमरा है और आप समझ सकते हैं। तो इनके ऑफिस में बिल्कुल साइड में एक कैबिन है जिसमें सिर्फ सोफ़ा डला हुआ है और कुछ टेबल वगैरह हैं। तो इन्होंने मुझे बोला कि मैं यहाँ कंफर्टेबल हूँ, मैं यहाँ बैठ के बात कर सकता हूँ। तो सर इन्होंने मेरे डॉक्यूमेंट्स टेबल पे रख दिए और साइड चेयर पे ही, जैसे ये चेयर है, ये ऐसे आके बैठ गए और मैं बिल्कुल ऐसे बैठी। तो इन्होंने बोला कि आप साइड में आ जाइए। तो सर इन्होंने मेरे पैर पे हाथ रखा और बोले कि मैंने तुम्हें फर्स्ट टाइम देखा था, तुम मुझे तब से काफ़ी अच्छी लगती हो और तुम अट्रैक्टिव हो, तुम्हारा अच्छा फिगर है और एथलेटिक्स में तो सारी काली पीली लड़कियां हैं, ना उनका लुक अच्छा है ना पर्सनैलिटी अच्छी है, और मैं तुम्हें स्पॉन्सर कराऊंगा और तुम क्यों पंगे कर रही हो, ये हाथ पैर तुड़ा रही हो, तुम मुझे खुश रखो, मैं तुम्हें खुश रखूँगा। आप सबको पता है आज 29/12/2022 को एक हमारे विभाग की जूनियर कोच शिक्षा डागर नाम की एक जूनियर कोच ने बड़ा बेसलेस और किसका आधार नहीं होता, उस आधार को बनाकर दिखाकर एक राजनीतिक दल के ऑफिस से एक प्रेस जो है वो की है। और मुझे बड़ा दुख हो रहा है कि यार मैं एक खिलाड़ी होने के नाते, खिलाड़ियों की हेल्प करने के नाते उसका ये मतलब देखने को मिला कि लोग जो हेल्प करते हैं लोगों की, उनके बारे में ऐसे सुनने को मिले जिसका कोई आधार ना हो। जो भी चीज़ें मैंने सुनी आप लोगों के मीडिया के माध्यम से, मुझे लगता है कि उसके बारे में मुझे सिर्फ इतना कहना चाहिए कि खिलाड़ियों को सपोर्ट करना, खिलाड़ियों के बारे में आगे बढ़ाना उनको, मुझे लगता है कि ये मेरी भूल तो नहीं कह सकते, लेकिन ये उनको डाइजेस्ट नहीं हुआ फर्स्टली। सेकेंडली ये राजनीतिक चीज़ें हैं, हो सकता है विपक्ष जो है इस चीज़ को किसी और रूप को लेके जाने की कोशिश कर रहा हो, क्योंकि आप देख लीजिए कॉमनवेल्थ गेम्स हो, ओलंपिक गेम्स हो, खेलो इंडिया हो, कोई भी गेम्स हों, उसमें हरियाणा जो है और हरियाणा के खिलाड़ी जो हैं बहुत आगे कर रहे हैं। और जब से मैंने खेल मंत्री के रूप में ये संभाला है तो दिन प्रतिदिन हरियाणा बेहतर कर रहा है। और इस मामले में मैं ये कहना चाहूँगा कि एक तो निष्पक्ष जांच होनी चाहिए, और जांच मैं करवाऊँगा भी, क्योंकि मेरी छवि को ख़राब किया गया है। मैं बहुत छोटी एज में ओलंपिक्स खेला, बहुत छोटी एज में हिंदुस्तान का कप्तान भी बना, बहुत छोटी एज में मैंने बहुत से रिकॉर्ड बनाए, और छोटी एज में विधायक बना, एज राजनीति के अंदर मंत्री बना। यहाँ पर भी आप लोगों के माध्यम से आपने तो दिन रात देखा है कि किस तरीके से खेल को भी और अपने हलके को भी और अपने एरिए को कैसे बढ़ा रहा हूँ। लेकिन मेरी इस चीज़ को किसी को हजम नहीं हुई, और जो भी वो जूनियर कोच हैं, खिलाड़ी रहे हैं, खिलाड़ी के रूप में उनकी मैंने बहुत बार मदद भी की है। सो पंजाब दा प्राइम टाइम देखने ਲਈ जुड़े रहो साडे चैनल दे नाल, देखते रहो पंजाब टुडे। सत श्री अकाल।